ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਰੁਪਿੰਦਰ ਕੌਰ ਸੰਧੂ ਤੇ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਹੀ ਕਲਮ ਤੋਂ ਲਿਖੀ ਹੋਈ ਕਹਾਣੀ ਇਹ YouTube ਚੈਨਲ ਹਰਫਾਂ ਦੇ ਕਾਫਲੇ ਦੇ ਮਾਧਿਅਮ ਰਾਹੀਂ ਲੈ ਕੇ ਰੂਬਰੂ ਹੋਈ ਹਾਂ। ਇਹ ਕਹਾਣੀ ਮੈਂ ਆਪਣੇ ਸਵਰਗਵਾਸੀ ਸੱਸ ਸ਼੍ਰੀਮਤੀ ਅਮਰੀਕ ਕੌਰ ਜੀ ਨੂੰ ਇੱਕ ਸ਼ਰਧਾਂਜਲੀ ਵਜੋਂ ਭੇਂਟ ਕਰਦੀ ਹਾਂ। ਮੇਰੀ ਕਹਾਣੀ ਦਾ ਸਿਰਲੇਖ ਹੈ ਬੋਝ ਤੇ ਉਮੀਦ ਕਰਦੀ ਹਾਂ ਇਸ ਨੂੰ ਤੁਸੀਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮਹਿਸੂਸ ਕਰੋਗੇ। ਬਸੰਤ ਕੌਰ ਤੇ ਬਿਸ਼ਨ ਕੌਰ ਦੋਵੇਂ ਸ਼ੁਰੂ ਤੋਂ ਸਹੇਲੀਆਂ ਸੀ ਤੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਉਹ ਹਮੇਸ਼ਾ ਆਪਸ ਵਿੱਚ ਦੁੱਖ ਸੁੱਖ ਕਰਦੀਆਂ ਰਹਿੰਦੀਆਂ ਸੀ। ਜਿੱਥੇ ਬਸੰਤ ਕੌਰ ਦੇ ਘਰ 2 ਧੀਆਂ ਤੇ 1 ਪੁੱਤ ਸੀ, ਉੱਥੇ ਬਿਸ਼ਨ ਕੌਰ ਵੀ 2 ਪੁੱਤਰਾਂ ਦੀ ਮਾਂ ਸੀ। ਬਸੰਤ ਕੌਰ ਹਮੇਸ਼ਾ ਬਿਸ਼ਨ ਕੌਰ ਨੂੰ ਆਪਣੀਆਂ ਧੀਆਂ ਬਾਰੇ ਦੱਸਦੀ ਰਹਿੰਦੀ ਕਿ ਕਈ ਵਾਰ ਉਸਦਾ ਮਨ ਦੁਖੀ ਹੁੰਦਾ ਜਾਂ ਘਰ ਵਿੱਚ ਕਦੀ ਨੂੰ ਨਾ ਅਭੀ-ਨਬੀ ਹੋ ਜਾਵੇ ਤਾਂ ਉਹ ਝੱਟ ਦੇਣੀ ਆਪਣੀ ਧੀਆਂ ਨੂੰ ਫੋਨ ਕਰ ਦਿੰਦੀ ਹੈ ਤੇ ਉਸ ਦੀਆਂ ਧੀਆਂ ਇੰਨੀਆਂ ਪਿਆਰੀਆਂ ਤੇ ਚੰਗੀਆਂ ਨੇ ਕਿ ਉਹ ਅੱਗੋਂ ਸਮਝਾਉਂਦੀਆਂ ਨੇ, ਮਾਂ ਅਸੀਂ ਵੀ ਤੇ ਕਿਸੇ ਦੀਆਂ ਨੂੰਹਾਂ ਵਾਂ, ਸਾਡੇ ਕੋ ਵੀ ਤਾਂ ਗਲਤੀ ਹੋ ਹੀ ਜਾਂਦੀ ਹੈ, ਤੂੰ ਇੰਝ ਨਾ ਕਰਿਆ ਕਰ ਭਾਬੀ ਨਾਲ। ਜੇ ਕੁਛ ਚੰਗਾ ਨਹੀਂ ਲੱਗਦਾ ਤੇ ਉਸਨੂੰ ਪਿਆਰ ਨਾਲ ਸਮਝਾ ਦਿਆ ਕਰ। ਤੇ ਬਸੰਤ ਕੌਰ ਕਹਿੰਦੀ, ਵੇਖ ਨੀ ਬਿਸ਼ਨੀਏ, ਮੇਰੀਆਂ ਧੀਆਂ ਦੀਆਂ ਨਸੀਹਤਾਂ ਕਾਰਨ ਮੇਰੇ ਘਰ ਵਿੱਚ ਬਿਲਕੁਲ ਸ਼ਾਂਤੀ ਬਣੀ ਰਹਿੰਦੀ ਏ। ਤੇ ਬਿਸ਼ਨ ਕੌਰ ਜਦੋਂ ਉਸਦੀਆਂ ਗੱਲਾਂ ਸੁਣਦੀ ਤੇ ਸੋਚਦੀ, ਕਾਸ਼ ਮੇਰੇ ਘਰ ਵੀ ਧੀ ਹੁੰਦੀ, ਮੈਂ ਵੀ ਦਿਲ ਦੀਆਂ ਗੰਢਾਂ ਖੋਲ ਸਕਦੀ। ਫਿਰ ਇੱਕ ਦਿਨ ਬਿਸ਼ਨ ਕੌਰ ਨੇ ਆਪਣਾ ਵੱਡਾ ਪੁੱਤ ਵਿਆਹ ਲਿਆ ਤੇ ਨੂੰਹ ਘਰ ਵਿੱਚ ਆ ਗਈ। ਤੇ ਜਦ ਕਦੇ ਘਰ ਵਿੱਚ ਕਿਸੇ ਗੱਲ ਤੋਂ ਛੋਟੀ ਮੋਟੀ ਬਹਿਸ ਹੋ ਜਾਂਦੀ ਤਾਂ ਬਿਸ਼ਨੀ ਦੇ ਮੂੰਹੋਂ ਹਮੇਸ਼ਾ ਇਹੀ ਸ਼ਬਦ ਨਿਕਲਦੇ, ਮੇਰੀ ਵੀ ਇੱਕ ਧੀ ਹੁੰਦੀ, ਮੈਂ ਵੀ ਦੁੱਖ ਸੁੱਖ ਕਰਦੀ, ਮੈਂ ਵੀ ਇੱਕ ਰਾਤ ਉਹਦੇ ਕੋਲ ਰਹਿ ਆਉਂਦੀ। ਤੇ ਫਿਰ ਇਸੇ ਤਰ੍ਹਾਂ ਸਮਾਂ ਚੱਲਦਾ ਰਿਹਾ ਤੇ ਉਸ ਦੀ ਨੂੰਹ ਦੇ ਘਰ ਨਵਾਂ ਮਹਿਮਾਨ ਆਉਣ ਦਾ ਸਮਾਂ ਹੋ ਗਿਆ। ਪਰਿਵਾਰ ਨੂੰ ਬਹੁਤ ਉਡੀਕ ਸੀ ਇਸ ਦਿਨ ਦੀ ਤੇ ਇੱਕ ਨੰਨੀ ਤੇ ਪਿਆਰੀ ਜਿਹੀ ਪਰੀ ਨੇ ਉਹਨਾਂ ਦੇ ਘਰ ਜਨਮ ਲਿਆ। ਪੁੱਤ ਤੇ ਨੂੰਹ ਦੇ ਨੌਕਰੀ ਪੇਸ਼ਾ ਹੋਣ ਕਾਰਨ ਬਿਸ਼ਨੀ ਹੀ ਸਾਰਾ ਦਿਨ ਉਸ ਬੱਚੀ ਨੂੰ ਸਾਂਭਦੀ ਤੇ ਉਸਨੂੰ ਉਹੀ ਆਪਣੀ ਧੀ ਜਾਪਦੀ। ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਕਿਵੇਂ 4 ਸਾਲ ਬੀਤ ਗਏ ਪਤਾ ਹੀ ਨਾ ਲੱਗਾ। ਤੇ 4 ਸਾਲ ਬਾਅਦ ਉਸ ਦੀ ਨੂੰਹ ਦੀ ਕੁੱਖ ਫਿਰ ਹਰੀ ਹੋਈ। ਹੁਣ ਤਾਂ ਬਿਸ਼ਨ ਕੌਰ ਤੇ ਸਾਰਾ ਪਰਿਵਾਰ ਇਹੋ ਅਰਦਾਸ ਕਰਦਾ ਕਿ ਬਸ ਵਾਹਿਗੁਰੂ ਹੁਣ ਪੁੱਤ ਹੋ ਜਾਵੇ। ਬਿਸ਼ਨ ਕੌਰ ਤਾਂ ਆਪਣੀ ਉਸ ਛੋਟੀ ਪੋਤਰੀ ਨੂੰ ਆਵਾਜ਼ ਮਾਰ ਕੇ ਕਹਿੰਦੀ, ਨੀ ਧੀਏ ਤੂੰ ਵੀ ਅਰਦਾਸ ਕਰਿਆ ਕਰ ਕਿ ਰੱਬਾ ਮੈਨੂੰ ਵੀਰ ਦੇ ਦੇ। ਤੇ ਫਿਰ ਉਹ ਦਿਨ ਵੀ ਆ ਗਿਆ ਜਦ ਘਰ ਵਿੱਚ ਨਵੇਂ ਮਹਿਮਾਨ ਦੀਆਂ ਕਿਲਕਾਰੀਆਂ ਨੇ ਗੂੰਜਣਾ ਸੀ। ਸਭ ਨੂੰ ਪੁੱਤ ਦੀ ਆਸ ਸੀ, ਪਰ ਧੀ ਨੇ ਜਨਮ ਲਿਆ। ਧੀ ਬਹੁਤ ਹੀ ਪਿਆਰੀ ਸੀ, ਪਰ ਫਿਰ ਵੀ ਸਾਰਿਆਂ ਦੇ ਚਿਹਰਿਆਂ ਤੇ ਨਾ ਉਹ ਖੁਸ਼ੀ ਸੀ ਤੇ ਨਾ ਉਹ ਚਾਅ ਸੀ। ਬਸੰਤ ਕੌਰ ਜਦ ਬਿਸ਼ਨ ਕੌਰ ਦੀ ਪੋਤਰੀ ਨੂੰ ਦੇਖਣ ਆਈ ਤਾਂ ਕਹਿਣ ਲੱਗੀ, ਨੀ ਬਿਸ਼ਨੀਏ, ਲੱਗਦਾ ਰੱਬ ਨੇ ਨੇੜੇ ਹੋ ਕੇ ਸੁਣ ਲਈ ਤੇਰੀ, ਹੁਣ ਤਾਂ ਇਹ ਘਰ ਵੀ ਧੀਆਂ ਵਾਲਾ ਹੋ ਗਿਆ। ਤੇ ਬਿਸ਼ਨ ਕੌਰ ਲੰਮਾ ਹੌਕਾ ਲੈਂਦੇ ਹੋਏ ਕਹਿੰਦੀ, ਲੈ ਦੱਸ, ਧੀ ਤਾਂ ਹੋ ਹੀ ਗਈ ਸੀ, ਹੁਣ ਰੱਬ ਪੁੱਤ ਦੇ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਉਸ ਦੀ ਨੂੰਹ ਹੁਣ ਆਪਣੇ ਕੰਮ ਤੇ ਜਾਣ ਲੱਗ ਗਈ ਸੀ ਤੇ ਆਂਢੀ ਗੁਆਂਢੀ ਜਾਂ ਜਾਣ ਪਹਿਚਾਣ ਵਾਲੇ ਇੱਕ ਤੋਂ ਗੱਲਾਂ ਤੋਂ ਬਾਅਦ ਇਹੀ ਪੁੱਛਦੇ, ਧੀਏ ਹੁਣ ਕੀ ਬੱਚੇ ਆ ਤੇਰੇ? ਤਾਂ ਉਹ ਕਹਿੰਦੀ, ਜੀ 2 ਧੀਆਂ ਨੇ। ਤੇ ਸਾਹਮਣੇ ਵਾਲਾ ਇੰਝ ਹੌਕਾ ਲੈਂਦਾ ਜਿਵੇਂ ਪਤਾ ਨਹੀਂ ਕੀ ਭਾਣਾ ਵਰਤ ਗਿਆ ਹੁੰਦਾ ਤੇ ਤਸੱਲੀ ਦਿੰਦਾ ਹੋਇਆ ਉਸ ਦੀ ਨੂੰਹ ਨੂੰ ਕਹਿੰਦਾ, ਧੀਏ ਕੋਈ ਨਾ, ਹੌਸਲਾ ਰੱਖ, ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਪੁੱਤ ਵੀ ਹੋਵੇਗਾ। ਕਹਿੰਦੇ ਆ ਹਨੇਰੀ ਆਈ ਆ ਤੇ ਮੀਂਹ ਵੀ ਜ਼ਰੂਰ ਆਵੇਗਾ।
ਤੇ ਬਿਸ਼ਨ ਕੌਰ ਦੀ ਨੂੰ ਲੋਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋ ਜਾਂਦੀ ਤੇ ਸੋਚਦੀ, ਭਲਾ ਇਹਨਾਂ ਸਭ ਨੂੰ ਇੰਨਾ ਦੁੱਖ ਕਿਸ ਗੱਲ ਦਾ ਹੁੰਦਾ ਹੈ। ਤੇ ਫਿਰ 8 ਸਾਲਾਂ ਬਾਅਦ ਬਿਸ਼ਨ ਕੌਰ ਦੀ ਨੂੰਹ ਦੇ ਘਰ ਔਲਾਦ ਹੋਣ ਵਾਲੀ ਸੀ। ਸਾਰਾ ਪਰਿਵਾਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਹੋ ਅਰਦਾਸ ਕਰਦਾ ਆ ਰਿਹਾ ਸੀ ਕਿ ਇਸ ਵਾਰ ਇਹਨਾਂ ਭੈਣਾਂ ਨੂੰ ਭਰਾ ਮਿਲ ਜਾਏ। ਬਿਸ਼ਨ ਕੌਰ ਦੇ ਪਰਿਵਾਰ ਦੇ ਨਾਲ ਨਾਲ ਸਾਰੇ ਆਂਢ ਗੁਆਂਢ ਵਿੱਚ ਵੀ ਇਹੋ ਵਿਸ਼ਵਾਸ ਸੀ ਕਿ ਇਸ ਵਾਰੀ ਤਾਂ ਪੁੱਤ ਹੀ ਹੋਵੇਗਾ। ਇੱਥੋਂ ਤੱਕ ਕਿ ਬਿਸ਼ਨ ਕੌਰ ਦੀ ਨੂੰਹ ਜਿਸ ਡਾਕਟਰ ਕੋਲ ਜਾਂਦੀ ਸੀ, ਉੱਥੇ ਕੰਮ ਕਰਨ ਵਾਲੀਆਂ ਹੈਲਪਰਾਂ ਵੀ ਆਪਸ ਵਿੱਚ ਘੁਸਰ ਮੁਸਰ ਕਰਦੀਆਂ, ਨੀ ਭੈਣ ਜ਼ਮਾਨਾ ਕਿੱਥੇ ਦਾ ਕਿੱਥੇ ਆ ਗਿਆ ਨਾ, 2 ਧੀਆਂ ਤਾਂ ਇਹਨਾਂ ਦੀਆਂ ਪਹਿਲੀਆਂ ਨੇ, ਪੱਕੀ ਗੱਲ ਈ ਹੁਣ ਤਾਂ ਇਹਨਾਂ ਦੇ ਘਰ ਪੋਤੀ ਹੋਣਾ, ਵੇਖ ਲਈ ਤੂੰ। ਤੇ ਇਹ ਗੱਲਾਂ ਕਰਦੀਆਂ ਉਹ ਬਿਸ਼ਨ ਕੌਰ ਕੋਲ ਹੀ ਪਹੁੰਚ ਜਾਂਦੀਆਂ, ਭੈਣ ਜੀ ਇਸ ਵਾਰੀ ਤਾਂ ਪੋਤੀ ਹੋਣਾ ਤੇ ਅਸੀਂ ਸੂਟ ਲੈਣਾ। ਤੇ ਬਿਸ਼ਨ ਕੌਰ ਚਾਅ ਨਾਲ ਕਹਿੰਦੀ, ਹਾਂ ਹਾਂ ਕਿਉਂ ਨਾ, ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ, ਜਿੰਨੇ ਮਰਜ਼ੀ ਸੂਟ। ਤੇ ਉਸ ਰਾਤ ਬਿਸ਼ਨ ਕੌਰ ਘਰ ਵਿੱਚ ਇਕੱਲੀ ਕੰਮ ਕਰਨ ਵਾਲੀ ਹੋਣ ਕਾਰਨ ਬੱਚਿਆਂ ਕੋਲ ਹੀ ਸੀ ਤੇ ਉਸ ਦਾ ਪੁੱਤ ਤੇ ਉਸ ਦੀ ਕੁੜਮਣੀ ਉਸ ਦੀ ਨੂੰਹ ਕੋਲ ਹਸਪਤਾਲ ਸਨ। ਉਸ ਦਿਨ ਬਿਸ਼ਨ ਕੌਰ ਦੀ ਨੂੰਹ ਬਹੁਤ ਹੀ ਤੰਗ ਸੀ ਤੇ ਅੱਧੀ ਰਾਤ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਨੂੰਹ ਦੀ ਮਾਂ ਦੇ ਮੂੰਹੋਂ ਬੋਲ ਨਿਕਲੇ, ਵੇ ਰੱਬਾ, ਭਾਵੇਂ ਧੀ ਦੇ ਦੇ ਤੇ ਭਾਵੇਂ ਪੁੱਤ ਦੇ ਦੇ, ਬਸ ਮੇਰੀ ਧੀ ਦਾ ਕਸ਼ਟ ਕੱਟ ਦੇ, ਮੇਰੀ ਧੀ ਨੂੰ ਇਸ ਦੁੱਖ ਵਿੱਚੋਂ ਬਾਹਰ ਕੱਢ ਦੇ। ਤੇ ਫਿਰ ਬਹੁਤ ਯਤਨਾਂ ਤੋਂ ਬਾਅਦ ਇਹ ਕੇਸ ਨੇਪਰੇ ਚੜਿਆ ਤੇ ਬਿਸ਼ਨ ਦੀ ਕੌਰ ਦੀ ਨੂੰਹ ਚਾਹੇ ਬਹੁਤ ਬੁਰੇ ਹਾਲ ਵਿੱਚ ਸੀ, ਪਰ ਫਿਰ ਵੀ ਉਹ ਜਾਣਨਾ ਚਾਹੁੰਦੀ ਸੀ ਕਿ ਰੱਬ ਨੇ ਇਸ ਵਾਰ ਉਹਦੀ ਝੋਲੀ ਵਿੱਚ ਕੀ ਪਾਇਆ ਹੈ। ਪਰ ਹਰ ਪਾਸੇ ਇੱਕ ਅਜੀਬ ਜਿਹੀ ਚੁੱਪ ਸੀ। ਤੇ ਫਿਰ ਅਚਾਨਕ ਉਸ ਦੀ ਨੂੰਹ ਦੇ ਕੰਨਾਂ ਵਿੱਚ ਉਸ ਦੀ ਮਾਂ ਦੀ ਆਵਾਜ਼ ਪਈ ਤੇ ਉਹ ਸ਼ਾਇਦ ਆਪਣੇ ਕੁੜਮ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ। ਭਾਜੀ ਆ ਜਾਓ, ਕੇਸ ਬੜਾ ਔਖਾ ਹੋਇਆ ਤੇ ਸਾਡੇ ਘਰ ਇੱਕ ਹੋਰ ਧੀ ਆਈ ਹੈ। ਬਿਸ਼ਨ ਕੌਰ ਦੀ ਨੂੰ ਧੀ ਦਾ ਤਾਂ ਕੋਈ ਦੁੱਖ ਨਹੀਂ ਸੀ, ਪਰ ਉਸਨੂੰ ਆਪਣੀ ਸੱਸ ਦਾ ਚਿਹਰਾ ਬਾਰ-ਬਾਰ ਦਿਸਦਾ ਕਿ ਉਸਨੂੰ ਤਾਂ ਬੜਾ ਚਾਅ ਸੀ ਤੇ ਇਹ ਖਬਰ ਸੁਣ ਉਸਦਾ ਕੀ ਹਾਲ ਹੋਵੇਗਾ। ਪਰ ਇਹ ਕੀ, ਉਹ ਤਾਂ ਹੈਰਾਨ ਰਹਿ ਗਈ। ਬਿਸ਼ਨ ਕੌਰ ਆਈ, ਉਸਨੇ ਆਪਣੀ ਪੋਤਰੀ ਨੂੰ ਆਪਣੀ ਗੋਦ ਵਿੱਚ ਲਿਆ, 100 ਦਾ ਨੋਟ ਵਾਰਦੇ ਹੋਏ ਸਫਾਈਕਾਰੀ ਮਹਿਲਾ ਨੂੰ ਦਿੱਤਾ ਤੇ ਕਿਹਾ, ਧੀ ਤਾਂ ਲਕਸ਼ਮੀ ਹੁੰਦੀ ਹੈ, ਲਕਸ਼ਮੀ। ਫਿਰ ਕੀ ਹੋ ਗਿਆ ਜੇ ਧੀ ਆਈ ਹੈ ਤਾਂ। ਤੇ ਜਦ ਉਸ ਦੀ ਤੀਸਰੀ ਪੋਤੀ ਨੂੰ ਘਰ ਦੇ ਅੰਦਰ ਲੈ ਕੇ ਜਾਣ ਲੱਗੇ ਤਾਂ ਬਿਸ਼ਨ ਕੌਰ ਭੱਜ ਕੇ ਤੇਲ ਵਾਲੀ ਸ਼ੀਸ਼ੀ ਲੈ ਆਈ ਤੇ ਉਸਨੇ ਤੇਲ ਚੋਇਆ। ਉਸ ਸਮੇਂ ਬਿਸ਼ਨ ਕੌਰ ਦੀ ਨੂੰਹ ਨੂੰ ਇੰਝ ਲੱਗਾ ਕਿ ਅੱਜ ਉਸ ਦੀ ਮਾਂ ਵਰਗੀ ਸੱਸ ਨੇ ਉਸ ਦੇ ਸਿਰ ਤੋਂ ਬਹੁਤ ਵੱਡਾ ਬੋਝ ਲਾ ਕੇ ਦੂਰ ਕਿਤੇ ਵਗਾਹ ਮਾਰਿਆ ਹੈ। ਧੰਨਵਾਦ ਜੀ।